ਇਹ ਉਹੀ ਪ੍ਰੋਸੈਸ ਸੀ ਜਦੋਂ ਮੋਦੀ ਜਿਹੜਾ ਵਾ ਉਹ 2014 ਦੇ ਵਿੱਚ ਵਾਰਾਣਸੀ ਤੋਂ ਇਲੈਕਸ਼ਨ ਲੜਿਆ ਸੀ, ਤਾਂ ਅਰਵਿੰਦ ਕੇਜਰੀਵਾਲ ਖੁਦ ਜਾ ਕੇ ਉੱਥੇ ਉਹਦੇ ਖਿਲਾਫ ਜਿਹੜਾ ਵਾ ਮੈਦਾਨ ਦੇ ਵਿੱਚ ਉਤਰਿਆ ਸੀ। ਤਾਂ ਉਸ ਜਿਹੜਾ ਕੇਜਰੀਵਾਲ ਨੇ ਜਿਹੜੀ ਉੱਥੋਂ ਇਲੈਕਸ਼ਨ ਲੜੀ ਸੀ, ਉਸੇ ਕੰਟੀਨਿਊਟੀ ਦੇ ਵਿੱਚ ਇੱਕ ਲੋਕਾਂ ਦੇ ਵਿੱਚ ਮੈਸੇਜ ਦੇਣ ਦੇ ਲਈ ਕਿ ਵੇਖੋ ਅਸੀਂ ਆ ਜਿਹੜੇ ਇਹਨਾਂ ਦਾ ਬਦਲ ਬਣ ਸਕਦੇ ਆ, ਅਸੀਂ ਅਸਲ 'ਚ ਲੜਾਈ ਲੜ ਰਹੇ ਆ, ਬਾਕੀ ਤਾਂ ਇਹ ਆਪਸ ਵਿੱਚ ਜਿਹੜੇ ਆ ਉਹ ਰਲੇ ਹੋਏ ਨੇ। ਇਸ ਕਰਕੇ ਉਸ ਵੇਲੇ ਇਹਨਾਂ ਦਾ ਜਿਹੜੀ ਇਲੈਕਸ਼ਨ ਹੈ ਉਹ ਇਸ ਤਰੀਕੇ ਨਾਲ ਜਿਹੜੀ ਲੜੀ ਗਈ, ਪਰ ਉਹ ਜਿਹੜਾ ਪੂਰੀ ਤਰ੍ਹਾਂ ਨਾਲ ਉਸ ਗੱਲ ਦੇ ਵਿੱਚ ਫੇਲ ਹੋਏ। ਉੱਥੇ ਇਹਨਾਂ ਦੀ ਕੋਈ ਜ਼ਿਆਦਾ ਵੋਟਾਂ ਉਹਨਾਂ ਨੂੰ ਪਈਆਂ ਨਹੀਂ ਤੇ ਉਹਨਾਂ ਸੀਟਾਂ ਦੇ ਵਿੱਚੋਂ ਜਿਹੜਾ ਵਾਪਸ ਆਉਣਾ ਪਿਆ। ਬਲਕਿ ਇਹ ਹੈ ਕਿ ਜਿਹੜਾ ਜ਼ੋਰ ਉੱਥੇ ਲਾਇਆ, ਜਿੰਨਾ ਉਹੀ ਜ਼ੋਰ ਜਿਹੜਾ ਵਾ ਦੂਜੀਆਂ ਸੀਟਾਂ ਤੇ ਲਾਇਆ ਹੁੰਦਾ ਤਾਂ ਹੋ ਸਕਦਾ ਹੈ ਕਿ ਕੁਝ ਸੀਟਾਂ ਹੋਰ ਜਿਹੜੀਆਂ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਇਹ ਜਿੱਤ ਜਾਂਦੇ। ਪਰ ਇਸ ਵਾਰੀ ਜਿਹੜੀ ਹੈ ਉਹ ਆਪ ਇੱਕ ਬਿਲਕੁਲ ਵੱਖਰੀ ਤਰ੍ਹਾਂ ਦੀ ਪਾਰਟੀ ਹੋ ਕੇ ਇਲੈਕਸ਼ਨ ਲੜ ਰਹੇ ਨੇ। ਬਹੁਤ ਸ਼ੁਰੂ ਤੋਂ ਹੀ ਉਹਨਾਂ ਨੇ ਸਰਵੇ ਕਰਾਏ ਹੋਏ ਨੇ, ਵੱਖ-ਵੱਖ ਹਰ ਇੱਕ ਲਗਭਗ ਹਲਕੇ ਦੇ ਵਿੱਚ ਕੈਂਡੀਡੇਟਸ ਦੇ ਬਾਰੇ ਦੇ ਵਿੱਚ ਵੀ, ਤੇ ਉੱਥੋਂ ਹਲਕੇ ਦੀ ਕੀ ਜਿਹੜੀ ਆ ਮਤਲਬ ਹਾਲਾਤ ਹੈ ਉਹਦੇ ਬਾਰੇ ਦੇ ਵਿੱਚ ਵੀ, ਤੇ ਕਿਸ ਤਰੀਕੇ ਨਾਲ ਜਿਹੜੀ ਹੈ ਉਹ ਕਿਸ ਸਟ੍ਰੈਟਜੀ ਦੇ ਨਾਲ ਆਪ ਜਿਹੜੀ ਉਹ ਲੋਕਾਂ ਦੇ ਵਿੱਚ ਜਾ ਸਕੇ ਜਾਵੇ ਤੇ ਜਿਹਦੇ ਨਾਲ ਉਹ ਸਰਕਾਰ ਬਣਾ ਸਕੇ। ਇਸ ਕਰਕੇ ਇਸ ਵਾਰ ਜਿਹੜਾ ਵਾ ਉਹਨੂੰ ਅਸੀਂ ਕਹਿ ਰਹੇ ਹਾਂ ਕਿ ਆਪਣੀ ਜਿਹੜੀ ਆ ਉਹ ਸੇਫ ਪਲੇ ਖੇਡ ਰਹੇ ਨੇ। ਇਸ ਵਾਰੀ ਕੋਈ ਰਿਸਕ ਲੈਣ ਦਾ ਜਿਹੜਾ ਵਾ ਉਹਨਾਂ ਦਾ ਇਰਾਦਾ ਨਹੀਂ ਹੈ। ਹਰ ਇੱਕ ਜਗ੍ਹਾ ਦੇ ਉੱਤੇ ਜਿੱਥੇ ਕੋਈ ਯੋਗ ਕੈਂਡੀਡੇਟ ਹੈ ਨੇ ਜਾਂ ਜਿੱਥੋਂ ਕੋਈ ਉਹਨਾਂ ਨੂੰ ਬਾਹਰਲੀਆਂ ਪਾਰਟੀਆਂ ਚੋਂ ਵੀ ਕੈਂਡੀਡੇਟ ਮਿਲ ਰਹੇ ਨੇ, ਉਹਨਾਂ ਨੂੰ ਵੀ ਉਸੇ ਵੇਲੇ ਸਵੇਰੇ ਲਿਆ ਕੇ ਪਾਰਟੀ ਸ਼ਾਮਲ ਕਰਕੇ ਤੇ ਸ਼ਾਮ ਨੂੰ ਜਿਹੜਾ ਵਾ ਉਹਨਾਂ ਨੂੰ ਟਿਕਟ ਦੇ ਦਿੱਤੀ ਜਾਂਦੀ ਹੈ। ਪਹਿਲਾਂ ਵਾਲਾ ਕੰਮ ਨਹੀਂ ਗਾ ਕਿ ਅਪਲਾਈ ਕਰੋ, ਇੰਟਰਵਿਊ ਦਿਓ ਜੀ, ਆਉਣਗੇ ਫਿਰ ਅਸੀਂ ਦੇਖਾਂਗੇ ਜੀ, ਇਹਨਾਂ ਦੀ ਬੈਕਗ੍ਰਾਉਂਡ ਚੈੱਕ ਕਰਾਂਗੇ ਜੀ, ਇਹ ਜਿਹੜੇ ਵਲੰਟੀਅਰ ਆ ਉਹ ਉਹਨਾਂ ਤੋਂ ਫਤਵਾ ਲਵਾਂਗੇ, ਉਹਨਾਂ ਤੋਂ ਪੁੱਛਾਂਗੇ ਕਿ ਕੀ ਆ ਇਹਨਾਂ ਦਾ, ਕਿਵੇਂ ਆ, ਕਿਹੜਾ ਕੈਂਡੀਡੇਟ ਚਾਹੀਦਾ। ਉਹ ਸਾਰਾ ਕੁਝ ਖਤਮ ਕਰਕੇ ਇੱਕ ਵੱਖਰੀ ਸਟ੍ਰੈਟਜੀ ਦੇ ਨਾਲ ਜਿਹੜਾ ਵਾ ਉਹ ਇਲੈਕਸ਼ਨ ਲੜ ਰਹੇ ਨੇ। ਇਸੇ ਕਰਕੇ ਇਸੇ ਸੰਦਰਭ ਦੇ ਵਿੱਚ ਜਿਹੜਾ ਭਗਵੰਤ ਮਾਨ ਦਾ ਨਾਂ ਉਹਨਾਂ ਨੇ ਬਕਾਇਦਾ ਤੌਰ ਤੇ ਅਨਾਉਂਸ ਕੀਤਾ। ਦੇਖੋ ਬੜੇ ਵੱਡੇ ਜ਼ੋਰ ਸ਼ੋਰ ਦੇ ਨਾਲ ਇਹ ਜਿਹੜੀ ਇਲੈਕਸ਼ਨ ਲੜ ਰਹੇ ਨੇ ਨਾ, ਇਹ ਇੱਕ ਬਿਲਕੁਲ ਬਾਕੀ ਰਵਾਇਤੀ ਪਾਰਟੀਆਂ ਨੇ, ਚਾਹੇ ਅਕਾਲੀ ਆ ਚਾਹੇ ਕਾਂਗਰਸੀ ਆ, ਉਹਨਾਂ ਨੇ ਇੱਕ ਵੱਖਰੀ ਤਰ੍ਹਾਂ ਦੇ ਉੱਤੇ ਜਿਹੜਾ ਵਾ ਇਲੈਕਸ਼ਨ ਲੜ ਰਹੀ ਆ। ਲੋਕਾਂ ਦੇ ਜਿਹੜੀਆਂ ਫੀਲਿੰਗ ਹੈ, ਜਿਹਨੂੰ ਅਸੀਂ ਇਮੋਸ਼ਨਲ ਬਲੈਕਮੇਲ ਕਹਿੰਦੇ ਆ, ਉਹ ਵੀ ਕੋਸ਼ਿਸ਼ ਕਰਦੇ ਆ। ਦੇਖੋ ਜਦੋਂ ਭਗਵੰਤ ਮਾਨ ਦਾ ਜਿਹੜਾ ਵਾ ਉਹ ਨਾਂ ਇਹਨਾਂ ਨੇ ਲਿਆਂਦਾ ਤਾਂ ਉਸ ਵੇਲੇ ਭਗਵੰਤ ਮਾਨ ਦੀ ਮਾਂ ਨੂੰ ਉੱਥੇ ਲਿਆਉਣਾ, ਉਹਦੀ ਉੱਥੇ ਛੋਟੀ ਭੈਣ ਨੂੰ ਲਿਆਉਣਾ ਔਰ ਉਹਨਾਂ ਦੇ ਵੱਲੋਂ ਇਸ ਤਰ੍ਹਾਂ ਦੀਆਂ ਜਜ਼ਬਾਤੀ ਤਕਰੀਰਾਂ ਕਰਨੀਆਂ ਤੇ ਮਤਲਬ ਇਸ ਤਰ੍ਹਾਂ ਦੇ ਜਿਹੜੇ ਮੈਸੇਜ ਹੈ ਉਹ ਦੇਣੇ, ਤਾਂ ਕਿ ਲੋਕਾਂ ਦੀ ਜਿਹੜੀ ਫੀਲਿੰਗ ਹੈ, ਲੋਕਾਂ ਦੇ ਜਿਹੜੇ ਜਜ਼ਬਾਤ ਹੈ, ਉਹਨਾਂ ਨੂੰ ਟੁੰਬਿਆ ਜਾਵੇ। ਤੇ ਕਿ ਵੇਖੋ ਇਹ ਕਹਿ ਰਹੇ ਸੀ ਨਾ ਕਿ ਭਗਵੰਤ ਮਾਨ ਨੂੰ ਇਹਨਾਂ ਨੇ ਨਹੀਂ ਬਣਾਉਣਾ ਹੈ ਕੈਂਡੀਡੇਟ। ਵੇਖੋ ਭਗਵੰਤ ਮਾਨ ਨੂੰ ਨਹੀਂ ਸਿਰਫ ਬਣਾਇਆ ਬਲਕਿ ਉਹਦੇ ਪੂਰੇ ਪਰਿਵਾਰ ਨੂੰ ਜਿਹੜਾ ਵਾ ਉਹ ਸਨਮਾਨਿਤ ਕੀਤਾ, ਮਾਂ ਨੂੰ ਕੀਤਾ ਤੇ ਬਾਕੀ ਸਾਰੇ ਜਿਹੜੇ ਭੈਣ ਨੂੰ ਕੀਤਾ, ਤੇ ਉੱਥੇ ਜਿਹੜੇ ਕੇਜਰੀਵਾਲ ਤੇ ਰਾਘਵ ਚੱਡਾ ਉਹ ਸਾਰੇ ਲੀਡਰਸ਼ਿਪ ਜਿਹੜੀ ਆ ਉਹ ਉੱਥੇ ਹਾਜ਼ਰ ਸੀ। ਤੇ ਇਸੇ ਤਰੀਕੇ ਨਾਲ ਅੱਜ ਵੀ ਜਦੋਂ ਅਨਾਉਂਸ ਕੀਤਾ ਉਹਦਾ ਸੀਟ ਜਿਹੜੀ ਅਨਾਉਂਸ ਕੀਤੀ ਆ, ਇਸੇ ਕਰਕੇ ਉਹਨੂੰ ਜਿਹੜਾ ਵਾ ਬੜੀ ਪਬਲਿਸਿਟੀ ਦੇ ਕੇ, ਬਾਕੀ ਵਾਂਗੂ ਨਹੀਂ ਹੈ ਕਿ ਜਿਵੇਂ ਬਾਕੀ ਲਿਸਟਾਂ ਆ ਗਈਆਂ ਜੀ, ਆ ਹੁਣ ਆਪ ਦੀ ਜਿਹੜੀ ਤੀਜੀ ਲਿਸਟ ਆ ਰਹੀ ਹੈ ਜੀ, ਚੌਥੀ ਆ ਰਹੀ ਹੈ ਜੀ, ਪੰਜਵੀਂ ਆ ਰਹੀ ਆ, ਇਸ ਨਾਂ ਦੇ ਉੱਤੇ ਸਪੈਸ਼ਲ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਤੇ ਸੀਟ ਜਿਹੜੀ ਆ ਉਹ ਅਨਾਉਂਸ ਕੀਤੀ ਹੈ। ਹੁਣ ਉਹ ਸੀਟ ਜਿਹੜੀ ਹੈ, ਕਿਉਂਕਿ ਸੁਨਾਮ ਤੁਸੀਂ ਬਿਲਕੁਲ ਠੀਕ ਹੈ ਕਿ ਇਹਨਾਂ ਦੇ ਆਪ ਦਾ ਪਿੰਡ ਹੈ, ਪਰ ਉੱਥੋਂ ਆਲਰੇਡੀ ਜਿਹੜਾ ਹੈ ਉਹਨਾਂ ਨੇ ਕੈਂਡੀਡੇਟ ਐਲਾਨਿਆ ਹੋਇਆ ਵਾ, ਅਮਨ ਅਰੋੜਾ, ਜਿਹੜਾ ਪਹਿਲਾਂ ਵੀ ਸਿਟਿੰਗ MLA ਆ, ਤੇ ਦੇ ਡੋਂਟ ਵਾਂਟ ਟੂ ਡਿਸਟਰਬ ਦੈਮ। ਵੇਖੋ ਨਾ ਆਲਰੇਡੀ ਜਿਹੜੇ ਪਿਛਲੇ ਇਹਨਾਂ ਦਾ 20 ਜਿਹੜੇ MP ਸੀ, MLA ਸੀ, ਉਹਨਾਂ ਦੇ ਵਿੱਚੋਂ 10 ਤੋਂ ਵੱਧ ਤਾਂ ਛੱਡ ਚੁੱਕੇ ਆ, ਦੂਜੀਆਂ ਪਾਰਟੀਆਂ ਨੂੰ ਚਲੇ ਗਏ। ਕੋਈ ਘਰੇ ਬੈਠ ਕੇ, ਕੰਵਰ ਸੰਧੂ ਵਰਗੇ ਜਿਹੜੇ ਸੀ ਉਹ ਘਰੇ ਬੈਠ ਕੇ, ਬਾਕੀ ਜਿਹੜੇ ਆ ਕੋਈ ਇੱਧਰ ਚਲਾ ਗਿਆ, ਕੋਈ ਉਸ ਪਾਸੇ ਵੱਲ ਨੂੰ ਚਲਾ ਗਿਆ। ਇਸ ਕਰਕੇ ਉਹ ਜਿਹੜਾ ਵਾ ਡਿਸਟਰਬ ਨਹੀਂ ਸੀ ਕਰਨਾ ਚਾਹੁੰਦੇ ਕਿਸੇ ਨੂੰ ਵੀ। ਔਰ ਜਿਹੜਾ ਸੰਗਰੂਰ ਜ਼ਿਲ੍ਹਾ, ਇਹ ਭਗਵੰਤ ਮਾਨ ਦਾ ਆਪਣਾ ਜ਼ਿਲ੍ਹਾ, ਇਹੀ ਇੱਕੋ ਹੀ ਸੀਟ ਸੀ ਜਿਹੜੀ ਆਪ ਨੇ ਪੂਰੇ ਇੰਡੀਆ ਦੇ ਵਿੱਚੋਂ, ਪੰਜਾਬ ਦੇ ਵਿੱਚ ਪਿਛਲੀ ਵਾਰ 4 ਸੀਟਾਂ ਸੀ ਆਪ ਨੇ ਜਿਹੜੀਆਂ ਜਿੱਤੀਆਂ, ਉਹਨਾਂ ਦੇ ਵਿੱਚੋਂ ਭਗਵੰਤ ਮਾਨ ਦੀ ਇੱਕ ਸੀ। ਤੇ ਇਸ ਵਾਰੀ ਪੂਰੇ ਇੰਡੀਆ ਚੋਂ ਜੇ ਕੋਈ ਸੀਟ ਜਿਹੜੀ ਆਪ ਦੀ ਪਾਰਲੀਮੈਂਟ ਲੋਕ ਸਭਾ ਦੇ ਵਿੱਚ ਆ ਤਾਂ ਉਹ ਭਗਵੰਤ ਮਾਨ ਦੀ ਸੰਗਰੂਰ ਵਾਲੀ ਸੀਟ ਸੀ, ਜਿਹੜੀ ਇੱਕ ਪੂਰੇ ਇੰਡੀਆ 'ਚ ਵੀ
ਤੇ ਪੰਜਾਬ ਦੇ ਵਿੱਚੋਂ ਜੇ ਇੱਕ ਸੀਟ ਰਿਪੀਟ ਹੋਈ ਹੈ ਤਾਂ ਉਹ ਭਗਵੰਤ ਮਾਨ ਦੀ ਹੋਈ ਹੈ, ਜਿਹੜੀ ਸਿੰਗਲ ਹੈਂਡਡਲੀ ਅਸੀਂ ਕਹਿ ਸਕਦੇ ਆ ਕਿ ਉਹਨੇ ਆਪਣੀ ਮਿਹਨਤ ਦੇ ਨਾਲ, ਆਪਣੀ ਲੋਕਾਂ ਦੇ ਵਿੱਚ ਉਹਦੀ ਅਪਰੋਚ ਦੇ ਨਾਲ, ਆਪਦੀ ਭੱਜ ਨੱਠ ਕਰਕੇ ਇੱਕ ਮੈਸੇਜ ਲੋਕਾਂ 'ਚ ਕਨਵੇ ਕਰਕੇ ਕਿ ਦੇਖੋ ਮੇਰੇ ਖਿਲਾਫ ਕਿਸੇ ਤਰ੍ਹਾਂ ਦਾ ਕਰਪਸ਼ਨ ਦਾ ਜਾਂ ਕਿਸੇ ਤਰ੍ਹਾਂ ਦਾ ਹੋਰ ਜਿਹੜਾ ਵਾ ਉਹ ਕੋਈ ਬਹੁਤ ਵੱਡਾ ਦੋਸ਼ ਨਹੀਂ ਹੈ, ਤੇ ਮੈਂ ਲੋਕਾਂ 'ਚ ਵਿਚਰਦਾ, ਲੋਕਾਂ ਨੂੰ ਕੱਟਿਆ ਹੋਇਆ ਨਹੀਂ, ਲੋਕਾਂ ਦੀ ਜਿਹੜਾ ਵਾ ਉਹ ਖੁਸ਼ੀ ਤੇ ਗਮ ਦੇ ਵਿੱਚ ਸ਼ਾਮਲ ਹੁੰਦਾ। ਇਸੇ ਕਰਕੇ ਉਹ ਉਸੇ ਹੀ ਹਲਕੇ ਦੇ ਵਿੱਚੋਂ ਜਿਹੜੀ ਇੱਕ ਧੂਰੀ ਸੀਟ ਹੈ, ਜਿਹੜੀ ਕਾਫੀ ਸਮਝਿਆ ਜਾ ਸਕਦਾ ਕਿ ਇੱਕ ਸੇਫ ਸੀਟ ਹੈ, ਉਹਦੇ ਵਿੱਚੋਂ ਉਹਨਾਂ ਨੇ ਨਾਂ ਅਨਾਉਂਸ ਕੀਤਾ। ਤੇ ਇਹ ਬਹੁਤ ਵੱਡੀ ਗੱਲ ਹੈ। ਸੰਗਰੂਰ ਦੇ ਵਿੱਚ ਇੱਕ ਮੈਸੇਜ ਆਵੇ ਜਦੋਂ ਉਸ ਹਲਕੇ ਦੇ ਵਿੱਚ ਜਿਹਦੇ ਵਿੱਚੋਂ ਇਹ MP ਹੈ ਕਿ ਇਹ ਕੱਲ ਨੂੰ ਮੁੱਖ ਮੰਤਰੀ ਬਣਨ ਜਾ ਰਿਹਾ, ਤਾਂ ਇੱਕ ਪੂਰੇ ਸੰਗਰੂਰ ਦੇ ਲਈ ਤੇ ਧੂਰੀ ਹਲਕੇ ਦੇ ਲਈ ਬਹੁਤ ਵੱਡੀ ਗੱਲ ਹੈ। ਤੇ ਉੱਥੋਂ ਦੀ ਜਿਹੜੀ ਜਿੱਤ ਹੈ ਉਹ ਲਗਭਗ ਨਿਸ਼ਚਿਤ ਹੈ, ਤੇ ਉਹਨੂੰ ਸ਼ੋਰ ਕਰਨ ਦੇ ਲਈ ਉੱਥੇ ਇਹਨਾਂ ਨੇ ਜਿਹੜਾ ਵਾ ਇਹਨੂੰ ਅਨਾਉਂਸ ਕੀਤਾ। ਬਾੜ ਸਾਹਿਬ, ਇਸ ਹਲਕੇ ਤੋਂ ਪਿਛਲੀ ਵਾਰੀ ਕਾਂਗਰਸ ਦੇ ਗੋਲਡੀ ਜਿੱਤੇ ਸੀ, ਯੂਥ ਆਗੂ ਸੀਗੇ। ਇਸ ਵਾਰੀ ਕਿਵੇਂ ਆਪਾਂ ਕਹਿ ਸਕਦੇ ਹਾਂ ਵੀ ਇਹ ਸ਼ੋਰ ਆ ਵੀ ਇੱਥੋਂ ਭਗਵੰਤ ਮਾਨ ਹੀ ਜਿੱਤਣਗੇ? ਜਿਹੜੀ ਮਤਲਬ ਜਿਹੜੀਆਂ ਧਰੁਵੀਕਰਨ ਹੈ ਨਾ ਉਹ ਬਦਲ ਜਾਂਦੇ ਆ। ਪਿਛਲੀ ਵਾਰੀ ਜਿਹੜਾ ਵਾ ਉਹ ਠੀਕ ਹੈਗਾ ਵਾ, ਗੋਲਡੀ ਜਿਹੜਾ ਸੀ ਉਹ ਭਗਵੰਤ ਮਾਨ ਦੇ ਖਿਲਾਫ ਤਾਂ ਨਹੀਂ ਸੀ ਹੈ, ਭਗਵੰਤ ਮਾਨ ਉਹਦੇ ਖਿਲਾਫ ਨਹੀਂ ਸੀ ਹੈ। ਉਹਦੇ ਵਿੱਚ ਮੈਂ ਨਹੀਂ ਕਹਿ ਰਿਹਾ ਕਿ ਉਹਦਾ ਅਸਰ ਨਹੀਂ ਹੈ, ਉਹ ਸਾਰਾ ਕੁਝ ਹੈਗਾ। ਪਰ ਜਦੋਂ ਜਿਹੜੇ ਲੋਕ ਇਸ ਗੱਲ ਤੇ ਆ ਜਾਂਦੇ ਆ ਨਾ ਕਿ ਦੇਖੋ ਇਸ ਹਲਕੇ ਦਾ ਜਿਹੜਾ ਚੁਣਿਆ ਹੋਇਆ ਰਿਪਰੈਜ਼ੈਂਟੇਟਿਵ ਆ, ਪ੍ਰਤੀਨਿਧ ਆ, ਉਹ ਸਾਡਾ ਮੁੱਖ ਮੰਤਰੀ ਬਣ ਸਕਦਾ, ਤਾਂ ਉਸ ਵੇਲੇ ਜਿਹੜੀ ਇੱਕ ਕੈਲਕੂਲੇਸ਼ਨਸ ਨੇ, ਜਿਹੜੀਆਂ ਗਿਣਤੀਆਂ ਮਿਣਤੀਆਂ ਨੇ, ਜਿਹੜੀ ਲੋਕਾਂ ਦੀ ਸੋਚ ਹੈ ਉਹ ਵੱਖਰੀ ਬਣ ਜਾਂਦੀ ਹੈ। ਤੁਸੀਂ ਦੇਖਿਆ ਹੋਊਗਾ ਕਿ ਜਿਹੜੇ ਪਾਰਟੀਆਂ ਦੇ ਵੱਡੇ ਲੀਡਰ ਹੈ ਨਾ, ਉਹ ਕਿਸੇ ਵੀ ਹਲਕੇ ਦੇ ਵਿੱਚ ਜਾਣ ਤੇ ਉੱਥੇ ਉਹ ਕਹਿਣਗੇ ਲੋਕਾਂ ਨੂੰ ਜਾ ਕੇ, ਵੇਖੋ MLA ਤੁਸੀਂ ਇਸ ਨੂੰ ਇੱਥੋਂ ਜਿਤਾ ਦਿਓ, ਮੰਤਰੀ ਅਸੀਂ ਇਹਨੂੰ ਬਣਾ ਦਾਂਗੇ। ਕੱਲ ਪਰਸੋਂ ਅਜੇ ਨਵਜੋਤ ਸਿੱਧੂ ਕਿਹੜੇ ਹਲਕੇ ਦੇ ਵਿੱਚ, ਜਿੱਥੇ ਉਹ ਬਰਨਾਲੇ ਦੇ ਵਿੱਚ ਕੇਵਲ ਢਿੱਲੋਂ ਦੇ ਹਲਕੇ ਦੇ ਵਿੱਚ ਜਾ ਕੇ ਤੇ ਉੱਥੇ ਕਹਿ ਕੇ ਆਇਆ ਸੀ ਕਿ ਇੱਥੋਂ ਤੁਸੀਂ ਜਿਹੜਾ ਵਾ, ਅਜੇ ਉਹਦਾ ਟਿਕਟ ਵੀ ਨਹੀਂ ਸੀ ਮਿਲੀ। ਦੇਖੋ ਮਤਲਬ ਇਸ ਤਰੀਕੇ ਦਾ ਇੱਕ ਜਿਹੜਾ ਵਾ ਤਰੀਕਾਕਾਰ ਹੈ ਨਾ ਕਿ ਤੁਸੀਂ ਇਸ ਨੂੰ ਇੱਥੋਂ ਜਿਹੜਾ MLA ਬਣਾ ਦਿਓ, ਮਿਨਿਸਟਰ ਅਸੀਂ ਇਹਨੂੰ ਆਪਣਾ ਬਣਾ ਦੇਣਾ, ਤਾਂ ਕਿ ਲੋਕਾਂ ਦੇ। ਪਰ ਬਾੜ ਸਾਹਿਬ, ਮੈਂ ਇੱਥੇ ਇੱਕ ਗੱਲ ਕਹਿਣੀ ਚਾਹੁੰਦਾ ਕਿ ਕੇਵਲ ਢਿੱਲੋਂ ਦੀ ਸੀਟ ਜਿਹੜੀ ਖੁਦ ਖਟਾਈ 'ਚ ਪਈ ਹੋਈ ਹੈ, ਭਾਵੇਂ ਕਿ ਪ੍ਰਧਾਨ ਨੇ ਉਹ ਅਨਾਉਂਸ ਕਰ ਦਿੱਤਾ ਹੈ। ਕਾਰਨ ਇਹ ਹੈ ਵੀ ਜਿਹੜੇ ਪਵਨ ਬਾਂਸਲ ਨੇ ਕਾਂਗਰਸ ਦੇ ਖਜ਼ਾਨਚੀ, ਉਹ ਆਪਣੇ ਬੇਟੇ ਨੂੰ ਮਨੀਸ਼ ਬਾਂਸਲ ਨੂੰ ਉੱਥੋਂ ਲੜਾਉਣਾ ਚਾਹੁੰਦੇ। ਮੈਂ ਇਹ ਨਹੀਂ ਕਰ ਰਿਹਾ, ਮੈਂ ਤਾਂ ਇੱਕ ਤੁਹਾਨੂੰ ਉਦਾਹਰਨ ਦਿੱਤੀ ਹੈ। ਮੈਨੂੰ ਨਹੀਂ ਪਤਾ ਹੈ ਕਿਹਨੂੰ ਟਿਕਟ ਮਿਲੇਗੀ ਕਿਹਨੂੰ ਨਹੀਂ ਮਿਲੇਗੀ, ਪਰ ਇਹ ਫੈਕਟ ਹੈ ਕਿ ਜਿਹੜਾ ਨਵਜੋਤ ਸਿੱਧੂ ਆ ਉਹਨੇ ਉੱਥੇ ਜਾ ਕੇ ਇੱਕ ਰੈਲੀ ਦੇ ਵਿੱਚ ਕੇਵਲ ਢਿੱਲੋਂ ਦੀ ਹਾਜ਼ਰੀ ਦੇ ਵਿੱਚ ਉਹਦੀ ਬਾਹ ਫੜ ਕੇ ਖੜਾ ਹੋ ਕੇ ਲੋਕਾਂ ਨੂੰ ਅਪੀਲ ਕੀਤੀ ਕਿ ਇਹਨੂੰ MLA ਤੁਸੀਂ ਬਣਾ ਦਿਓ। ਮੈਂ ਤਾਂ ਉਹੀ ਕਹਿ ਰਿਹਾ ਕਿ ਜਿਹਨੂੰ ਟਿਕਟ ਵੀ ਨਹੀਂ ਮਿਲੀ, ਡਿਸਾਈਡ ਵੀ ਨਹੀਂ ਹੈ ਕਿ ਟਿਕਟ ਮਿਲੇਗੀ ਕਿ ਨਹੀਂ ਮਿਲੇਗੀ। ਇਹ ਇਕੱਲੇ ਉਸ ਹਲਕੇ ਦੀ ਨਹੀਂ, ਹੋਰ ਕਈ ਹਲਕਿਆਂ ਦੇ ਵਿੱਚ ਵੀ ਜਿਹੜਾ ਇਹ ਬਾਦਲਕਿਆਂ ਦਾ ਵੀ ਇਹੀ ਹੁੰਦਾ ਸੀ ਵੀ ਸੁਖਬੀਰ ਬਾਦਲ ਕਿਤੇ ਜਾ ਰਿਹਾ ਵਾ ਜਾਂ ਵੱਡਾ ਬਾਦਲ ਕਿਤੇ ਜਾ ਰਿਹਾ ਹਲਕੇ ਦੇ ਵਿੱਚ, ਤੇ ਸਭ ਤੋਂ ਪਹਿਲਾਂ ਉਹਨਾਂ ਨੇ ਇਹੀ ਗੱਲ ਕਰਨੀ ਕਿ ਤੁਸੀਂ ਇਹਨਾਂ ਨੂੰ ਜਿਤਾ ਦਿਓ, MLA ਮੰਤਰੀ ਅਸੀਂ ਇਹਨਾਂ ਨੂੰ ਬਣਾ ਦੇਣਾ ਵਾ, ਇਹਨੂੰ ਫਲਾਣਾ ਮੰਤਰੀ ਬਣਾਵਾਂਗੇ, ਤੁਹਾਡੀ ਹਲਕੇ 'ਚ ਇਹ ਆਵੇਗਾ। ਮੇਰੇ ਕਹਿਣ ਦਾ ਮਤਲਬ ਹੈ ਕਿ ਇੱਕ ਲੋਕਾਂ ਨੂੰ ਜਿਹੜਾ ਵਾ ਇਹ ਦਿਖਾਉਣ ਦੇ ਲਈ ਕਿ ਜੇ ਇਹ ਬੰਦਾ ਜਿਹੜਾ ਇੱਥੋਂ ਜਿੱਤ ਜਾਂਦਾ, MLA ਜਿੱਤ ਜਾਂਦਾ, ਤਾਂ ਇਹ ਜਿਹੜਾ ਵਾ ਮੰਤਰੀ ਬਣੇਗਾ। ਮੰਤਰੀ ਬਣਨ ਦਾ ਮਤਲਬ ਇਹ ਹੈ ਕਿ ਇਸ ਇਲਾਕੇ ਦੇ ਲੋਕਾਂ ਦੇ ਵਿੱਚ ਜਿਹੜਾ ਹਲਕੇ ਦਾ ਵਿਕਾਸ ਹੋਏਗਾ, ਇਹਦੇ ਵਿੱਚ ਲੋਕਾਂ ਨੂੰ ਵੱਧ ਨੌਕਰੀਆਂ ਮਿਲ ਸਕਦੀਆਂ, ਸਕੂਲ ਜਿਹੜੇ ਆ ਉਹ ਹੋਰ ਅਪਗ੍ਰੇਡ ਹੋ ਸਕਦੇ ਆ, ਕੋਈ ਇੰਡਸਟਰੀ ਲੱਗ ਸਕਦੀ ਹੈ, ਕੋਈ ਹੋਰ ਪ੍ਰੋਜੈਕਟ ਆ ਸਕਦੇ ਆ। ਤੇ ਇਹ ਤਾਂ ਹੈ ਆਮ ਇੱਕ ਮਤਲਬ ਇੱਕ ਮੰਤਰੀ ਦੇ ਕਰਕੇ। ਪਰ ਜਦੋਂ ਉੱਥੇ ਚੀਫ ਮਿਨਿਸਟਰ ਇਨਵੋਲਵ ਹੁੰਦਾ ਵੀ ਹਾਂ ਇਹ ਚੀਫ ਮਿਨਿਸਟਰ ਦਾ ਕੈਂਡੀਡੇਟ ਆ, ਵੁੱਡ ਵੀ ਚੀਫ ਮਿਨਿਸਟਰ ਹੈ, ਤਾਂ ਫਿਰ ਸਮੀਕਰਨ ਜਿਹੜੇ ਆ ਨਾ ਉਹ ਬਿਲਕੁਲ ਬਦਲ ਜਾਂਦੇ ਆ। ਲੋਕਾਂ ਦੀ ਜਿਹੜੀ ਸੋਚ ਹੈ ਉਹ ਇੱਕ ਬਦਲ ਜਾਂਦੀ ਹੈ। ਇੱਕ ਜਨਰਲ ਜਿਹੜਾ ਵਾ ਉਹ ਵਰਤਾਰਾ, ਮੈਂ ਨਹੀਂ ਕਹਿ ਰਿਹਾ ਕਿ ਇਹਦੇ ਨਾਲ 100% ਜਿਹੜਾ ਵਾ ਅਸੀਂ ਅੱਜ ਹੀ ਡਿਕਲੇਅਰ ਕਰ ਦਈਏ ਵੀ ਉਹ ਜਿੱਤ ਹੋ ਰਹੀ ਹੈ, ਪਰ ਇੱਕ ਪੋਸੀਬਿਲਿਟੀ ਬਹੁਤ ਵੱਡੀ ਜਿਹੜੀ ਆ ਉਹ ਬਣ ਜਾਂਦੀ ਆ। ਔਰ ਲੋਕ ਜਿਹੜੇ ਇੱਕ ਉਹਨਾਂ ਦੀ ਸੋਚਣੀ ਜਿਹੜੀ ਆ ਉਹ ਇੱਕ ਡਿਫਰੈਂਟ ਤਰੀਕੇ ਨਾਲ ਹੁੰਦੀ ਹੈ। ਵੇਖੋ ਆਪਾਂ ਜਿਹੜਾ ਜੇ ਆਪਾਂ ਜਿਹੜੇ ਪੂਰੇ ਇੰਡੀਆ 'ਚ ਹੋਈਏ ਤਾਂ ਸਾਡੇ ਲਈ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਅਸੀਂ ਜਿਹੜਾ ਵਾ ਪੰਜਾਬੀ ਹਾਂ, ਤੇ ਜੇ ਪੰਜਾਬ ਦਾ ਬੰਦਾ ਕੋਈ ਬਣਦਾ ਹੋਵੇ ਤਾਂ ਬੜੀ ਖੁਸ਼ੀ ਹੈ। ਸਾਨੂੰ ਇੱਥੇ ਬੈਠਿਆਂ ਨੂੰ ਵੇਖੋ ਕਿੰਨੀ ਖੁਸ਼ੀ ਹੁੰਦੀ ਹੈ ਕਿ ਕੈਨੇਡਾ ਦੇ ਵਿੱਚ ਜਿਹੜੇ ਆ ਇੰਨੇ ਉੱਥੋਂ ਦੇ ਜਿਹੜੇ ਪੰਜਾਬੀ ਆ ਉਹ ਮਿਨਿਸਟਰ ਬਣ ਗਏ।
ਉੱਥੋਂ MP ਜਿੱਤ ਗਏ, ਅਸੀਂ ਤਾਂ ਉੱਥੋਂ ਕੁਝ ਲੈਣਾ ਦੇਣਾ ਨਹੀਂਗਾ, ਪਰ ਸਾਨੂੰ ਇੱਥੇ ਬੈਠਿਆਂ ਨੂੰ ਜਿਹੜਾ ਇੱਕ ਚੰਗੀ ਗੱਲ ਲੱਗਦੀ ਹੈ ਕਿ ਸਾਡੇ ਲੋਕ ਜਿਹੜੇ ਬਾਹਰ ਜਾ ਕੇ ਵੀ ਮਤਲਬ ਚੰਗੀਆਂ ਪ੍ਰਾਪਤੀਆਂ ਕਰ ਰਹੇ ਨੇ। ਇਸੇ ਤਰ੍ਹਾਂ ਜੇ ਸੰਗਰੂਰ ਦੇ ਵਿੱਚੋਂ ਆ ਰਿਹਾ ਕਿ ਸੰਗਰੂਰ ਜ਼ਿਲ੍ਹੇ ਦਾ ਬਸ਼ਿੰਦਾ, ਉਹਨਾਂ ਦਾ ਆਪਣਾ MP ਚੁਣਿਆ ਹੈ 2 ਵਾਰ, ਉਹ ਚੀਫ ਮਿਨਿਸਟਰ ਬਣ ਜਾ ਰਿਹਾ, ਤਾਂ ਕੋਈ ਕਾਰਨ ਨਹੀਂ ਹੈ ਕਿ ਉਸ ਹਲਕੇ ਦੇ ਲੋਕ ਜਿਹੜੇ ਆ ਉਹ ਭਗਵੰਤ ਮਾਨ ਨੂੰ ਨਾ ਜਿਤਾਉਣ। ਮੈਨੂੰ ਬਾੜ ਸਾਹਿਬ ਇਹਦੇ ਨਾਲ ਇੱਕ ਹੋਰ ਗੱਲ ਲੱਗਦੀ ਹੈ ਕਿ ਇਹ ਸੀਟ ਪਟਿਆਲੇ ਨਾਲ ਵੀ ਜੁੜਦੀ ਹੈ, ਇਹ ਸੀਟ ਲੁਧਿਆਣੇ ਜ਼ਿਲ੍ਹੇ ਨਾਲ ਵੀ, ਤੇ ਫਿਰ ਫਤਿਹਗੜ੍ਹ ਜ਼ਿਲ੍ਹੇ ਨਾਲ ਵੀ ਨੇੜੇ ਪੈ ਜਾਂਦੀ ਹੈ। ਕਿਸੇ ਇਸ ਕਰਕੇ 3-4 ਜ਼ਿਲ੍ਹਿਆਂ ਦੇ ਉੱਪਰ ਇੰਪੈਕਟ ਪਾਉਣ ਦੇ ਢੰਗ ਤਰੀਕੇ ਨਾਲ ਤਾਂ ਨਹੀਂ ਇੱਥੋਂ ਭਗਵੰਤ ਮਾਨ ਨੂੰ ਮੈਦਾਨ 'ਚ ਉਤਾਰਿਆ ਗਿਆ? ਦੇਖੋ, ਐਵਰੀਥਿੰਗ ਇਜ਼ ਪੋਸੀਬਲ। ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਇਹ ਜਿਹੜੀ ਇਲੈਕਸ਼ਨ ਹੈ ਨਾ, ਇਹ ਆਪ ਵਾਲੇ ਬੜੇ IT ਸੈੱਲ ਉਹਨਾਂ ਦਾ ਬਹੁਤ ਤਗੜਾ, ਬੜੀ ਦੇਰ ਤੋਂ ਜਿਹੜੇ ਆ ਉਹ ਮੇਨ IT ਸੈੱਲ ਜਿਹੜਾ ਕੰਮ ਕਰ ਰਿਹਾ ਕਿ ਕੀ ਸਟ੍ਰੈਟਜੀ ਹੋਵੇ, ਕੀ ਦਾਅ ਪੇਚ ਹੋਣ ਇਸ ਇਲੈਕਸ਼ਨ ਦੇ ਵਿੱਚ, ਕੀ ਟੈਕਟਿਕਸ ਹੋਣ। ਉਹਦੇ ਵਿੱਚੋਂ ਜਿਹੜਾ ਵਾ ਮਤਲਬ ਪੋਸੀਬਿਲਿਟੀ ਇਸ ਗੱਲ ਦੀ ਹੋ ਸਕਦੀ ਆ ਕਿ ਇਹਨਾਂ ਦੀ ਸ਼ੁਰੂ ਤੋਂ ਪਲੈਨਿੰਗ ਹੋਵੇ ਕਿ ਅਸੀਂ ਇਸ ਸੀਟ ਦੇ ਉੱਤੇ ਸੁੱਟੀਏ, ਜਿਹੜੀ ਇੱਕ ਸੀਟ ਜਿਹੜੀ ਹੈ ਉਹ 2-3 ਜ਼ਿਲ੍ਹਿਆਂ ਨੂੰ ਹੋਰ ਇੰਪੈਕਟ ਕਰਦੀ ਹੋਵੇ, ਤੇ ਇਹਦੀ ਜੋ ਕੋਈ ਜਿਹੜੀ ਆ ਕੋਈ ਹੈਰਾਨੀ ਵਾਲੀ ਗੱਲ ਉਹ ਨਹੀਂ ਹੈ। ਅੱਛਾ, ਇਸ ਤੋਂ ਅੱਗੇ ਵਧਦੇ ਬਾੜ ਸਾਹਿਬ, ਅੱਗੇ ਹੈਗਾ ਵੀ ਪੰਜਾਬ ਦੇ ਵਿੱਚ ਇਸ ਗੱਲ ਨੂੰ ਲੈ ਕੇ ਜ਼ੋਰਦਾਰ ਚਰਚਾ ਛਿੜੀ ਹੋਈ ਆ, ਤੇ ਕਾਂਗਰਸ ਨੇ ਵੀ ਛੇੜੀ ਹੋਈ ਹੈ ਵੀ ਜਿਹੜਾ ਮਾਫੀਏ ਦਾ ਮਾਮਲਾ ਉਹਦੇ ਵਿੱਚ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਨੂੰ ਘੇਰਿਆ ਕਿਉਂ ਜਾ ਰਿਹਾ, ਜਦੋਂ ਕਿ ਹੋਰ ਕਈ ਵੱਡੇ ਹੋਰ ਜਿਹੜੇ ਆ ਇਹੋ ਜਿਹੇ ਮਾਫੀਏ ਪਏ ਆ, ਤੇ ਇਹਦਾ ਤਾਂ ਸਿੱਧਾ ਕੋਈ ਉਹਦੇ ਨਾਲ ਵਾਹ ਵਾਸਤਾ ਵੀ ਨਹੀਂ, ਜਿਹੜਾ ਇਹਦਾ ਭਾਣਜਾ ਕਿਹਾ ਜਾਂਦਾ। ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਜੰਮੂ ਸਾਹਿਬ, ਇਹ ਨਾ ਬਹੁਤ ਹੁਣ ਤਾਂ ਜਿਹੜੀ ਬਿਲਕੁਲ ਗੱਲ ਸਾਫ਼ ਹੈ ਕਿ ਜਿਹੜੀਆਂ ਸੈਂਟਰ ਏਜੰਸੀਜ਼ ਨੇ, ਜਿਨ੍ਹਾਂ ਦੇ ਵਿੱਚੋਂ ED ਹੈ, ਇਨਫੋਰਸਮੈਂਟ ਡਾਇਰੈਕਟੋਰੇਟ ਹੈ, ਇਨਕਮ ਟੈਕਸ ਵਾਲੇ ਨੇ, CBI ਆ, ਇਹ ਮਤਲਬ ਸ਼ੁਰੂ ਤੋਂ ਹੀ ਲੈ ਕੇ ਇੱਕ ਸਿਆਸਤ ਦੇ ਲਈ ਜਿਹੜਾ ਵਾ ਆਪਣੀ ਸਿਆਸਤ ਜਿਹੜੀ ਸੈਂਟਰ ਦੇ ਵਿੱਚ ਗਵਰਨਮੈਂਟ ਹੈ ਜਾਂ ਸੈਂਟਰ ਦੇ ਵਿੱਚ ਜਿਹੜੀ ਪਾਰਟੀ ਆ, ਉਸ ਨੂੰ ਪ੍ਰਮੋਟ ਕਰਨ ਦੇ ਲਈ ਤੇ ਉਸ ਨੂੰ ਫਾਇਦਾ ਪਹੁੰਚਾਉਣ ਦੇ ਲਈ ਇਹ ਏਜੰਸੀਆਂ ਸ਼ੁਰੂ ਤੋਂ ਹੀ ਵਰਤੀਆਂ ਜਾਂਦੀਆਂ ਰਹੀਆਂ ਨੇ। ਪਰ ਜਦੋਂ ਤੋਂ ਮੋਦੀ ਗਵਰਨਮੈਂਟ ਆਈ ਹੈ, ਉਦੋਂ ਤੋਂ ਇਹਦਾ ਮਿਸਯੂਜ਼ ਜਿਹੜਾ ਵਾ ਉਹ ਪਹਿਲਾਂ ਨਾਲੋਂ ਕਈ ਗੁਣਾ ਵੱਧ ਗਿਆ। ਤੁਸੀਂ ਵੇਖੋ, ਖਾਸ ਕਰਕੇ ਜਦੋਂ ਇਲੈਕਸ਼ਨ ਨੇੜੇ ਆਉਂਦੀ ਆ, ਉਦੋਂ ਇਹ ਬਹੁਤ ਐਕਟਿਵ ਹੋ ਜਾਂਦੇ ਨੇ। ਦੇਖੋ, ਇਹੀ ਕੁਝ ਜਿਹੜਾ ਵਾ ਪਿਛਲੇ 4.5 ਸਾਲ ਦੇ ਵਿੱਚ ਚੱਲ ਰਿਹਾ ਸੀ, ਪੌਣੇ 5 ਸਾਲ ਦੇ ਵਿੱਚ ਚੱਲ ਰਿਹਾ ਸੀ। ਉਸ ਵੇਲੇ ਅਮਰਿੰਦਰ ਸਿੰਘ ਸੀ, ਉਸ ਵੇਲੇ ਕਿਉਂ ਨਹੀਂ ਸੀ ਕੀਤੇ? ਇਹ ਅੱਜ ਦਾ ਕੋਈ ਕੇਸ ਤਾਂ ਨਹੀਂ ਹੈ ਵੀ ਜਸਟ ਜਿਹੜਾ ਵਾ ਪਿਛਲੇ 100 ਦਿਨਾਂ ਦਾ ਜਾਂ 120 ਦਿਨਾਂ ਦਾ ਜਦੋਂ ਦੀ ਚੰਨੀ ਸਰਕਾਰ ਬਣੀ ਹੈ ਉਸ ਵੇਲੇ ਤਾਂ ਹੋਇਆ। ਇਸ ਤੋਂ ਪਹਿਲਾਂ ਵੀ ਜਿਹੜਾ ਵਾ ਬਾਕੀ ਸੂਬਿਆਂ ਦੇ ਵਿੱਚ ਵੀ, ਖਾਸ ਕਰਕੇ ਤੁਸੀਂ ਦੇਖੋ ਕਿ ਪੱਛਮੀ ਬੰਗਾਲ ਦੇ ਵਿੱਚ ਜਦੋਂ ਇਲੈਕਸ਼ਨ ਹੋਣੀ ਸੀ ਪਿੱਛੇ ਜਿਹੜੀ ਹੋ ਕੇ ਹਟੀ ਆ, ਤਾਂ ਉਸ ਇਲੈਕਸ਼ਨ ਦੇ ਵਿੱਚ ਵੀ ਮਮਤਾ ਬੈਨਰਜੀ ਦੇ ਰਿਸ਼ਤੇਦਾਰਾਂ ਦੇ ਘਰਾਂ ਦੇ ਵਿੱਚ ਛਾਪੇ ਮਾਰੇ ਗਏ, ਉਹਨਾਂ ਨੂੰ ਬੁਲਾਇਆ ਗਿਆ ਤੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸੇ ਤਰ੍ਹਾਂ ਬਾਕੀ ਸੂਬਿਆਂ ਦੇ ਵਿੱਚ ਵੀ ਜਿਹੜਾ ਵਾ ਉਹ ਚੱਲ ਰਿਹਾ। ਈਵਨ ਕਿ ਅਖਿਲੇਸ਼ ਯਾਦਵ ਜਿਹੜਾ ਵਾ, ਉਹਦੇ ਜਿਹੜੇ ਨਾਲ ਵਾਲੇ ਬੰਦੇ ਸੀ, ਉਹਨਾਂ ਦੇ ਵੀ ਛਾਪੇ ਜਿਹੜੇ ਆ ਉਹ ਮਾਰੇ ਗਏ ਤੇ ਉਹਨਾਂ ਤੇ ਵੀ ਪ੍ਰੈਸ਼ਰਾਈਜ਼ ਪਾਉਣ ਦੀ ਗੱਲ ਕੀਤੀ ਗਈ। ਹੁਣ ਇੱਕ ਜਿਹੜਾ ਹੁੰਦਾ ਨਾ, ਇੱਕ ਦੇ ਖਿਲਾਫ ਜਦੋਂ ਕਰਨਾ, ਤਾਂ ਉਹਦਾ ਮੈਸੇਜ ਜਿਹੜਾ ਵਾ ਉਹ ਬਾਕੀਆਂ ਨੂੰ ਵੀ ਭੇਜਿਆ ਜਾਂਦਾ ਕਿ ਤੁਸੀਂ ਵੇਖੋ, ਇਹ ਸਾਡੇ ਕੋਲ ਤੁਹਾਡੇ ਖਿਲਾਫ ਵੀ ਜਿਹੜਾ ਵਾ ਮਟੀਰੀਅਲ ਹੈਗਾ, ਤੇ ਤੁਸੀਂ ਜਿਹੜਾ ਵਾ ਉਹ ਬੰਦੇ ਬਣ ਜਾਓ, ਨਹੀਂ ਤਾਂ ਅਸੀਂ ਜਿਹੜਾ ਵਾ ਤੁਹਾਡੇ ਖਿਲਾਫ ਵੀ ਆਵਾਂਗੇ। ਇੱਕ ਪ੍ਰੈਸ਼ਰ ਕਰਨ ਦਾ ਕਿ ਜਾਂ ਪਾਰਟੀ ਛੱਡੋ ਜਾਂ ਜਿਹੜਾ ਉਹਨਾਂ ਦੀ ਪੋਲਿਟਿਕਸ ਜਿਸ ਤਰ੍ਹਾਂ ਚਾਹੁੰਦੇ ਆ ਉਸ ਤਰ੍ਹਾਂ ਕਰੋ। ਦੇਖੋ, ਇਹ ਉਹਦੀ ਕੰਟੀਨਿਊਟੀ ਲੱਗ ਰਹੀ ਆ। ਜਦੋਂ ਅਮਰਿੰਦਰ ਤੇ ਪ੍ਰੈਸ਼ਰ ਬਣਿਆ ਸੀ ਤੇ ਤੁਸੀਂ ਵੇਖਿਆ ਹੋਵੇਗਾ ਟੀਵੀਜ਼ ਦੇ ਵਿੱਚ ਕਿ ਉਹ ਇੱਕ ਬਹੁਤ ਵੱਡੀਆਂ ਫਾਈਲਾਂ ਆਪਦੇ ਕੱਛ ਦੇ ਵਿੱਚ ਲੈ ਕੇ ਤੇ ਸੋਨੀਆ ਗਾਂਧੀ ਨੂੰ ਤੇ ਰਾਹੁਲ ਗਾਂਧੀ ਨੂੰ ਮਿਲਣ ਜਾਂਦਾ ਸੀ। ਤਾਂ ਉਹਦੇ ਵਿੱਚ ਫਾਈਲਾਂ ਦੇ ਵਿੱਚ ਉਸ ਵੇਲੇ ਕਹਿੰਦਾ ਸੀ ਕਿ ਇਹਦੇ ਵਿੱਚ ਜਿੰਨੇ ਬੰਦੇ ਨੇ ਨਾ ਜਿਹੜੇ ਉਹਦੇ ਖਿਲਾਫ ਬਗਾਵਤ ਕਰ ਰਹੇ ਨੇ, ਉਹਨਾਂ ਦਾ ਸਾਰਾ ਮਟੀਰੀਅਲ ਜਿਹੜਾ ਵਾ, ਉਹਨਾਂ ਦੀ ਕਰਪਸ਼ਨ ਤੇ ਉਹਨਾਂ ਦੇ ਕਾਲੇ ਕੰਮ ਜਿਹੜੇ ਉਹਨਾਂ ਨੇ ਕੀਤੇ ਨੇ, ਉਹ ਸਾਰਾ ਰਿਕਾਰਡ ਜਿਹੜਾ ਵਾ ਪੂਰਾ ਉਹ ਇਹਨਾਂ ਫਾਈਲਾਂ ਦੇ ਵਿੱਚ ਹੈ। ਤੇ ਸੋਨੀਆ ਗਾਂਧੀ ਨੂੰ ਵਿਖਾਉਣ ਦਿੰਦਾ ਸੀ ਵੀ ਇਹ ਵੇਖੋ, ਇਹ ਲੋਕ ਜਿਨ੍ਹਾਂ ਨੇ ਪਿੱਛੇ ਕੋਈ ਕੰਮ ਨਹੀਂ ਕੀਤਾ, ਪੈਸਾ ਬਣਾਇਆ ਤੇ ਆ ਕੀਤਾ, ਮਟੀਰੀਅਲ ਇਹਨਾਂ ਦੇ ਖਿਲਾਫ ਜਿਹੜਾ ਵਾ ਉਹ ਕਾਰਵਾਈ ਕਰਾਂਗੇ। ਉਸ ਵੇਲੇ ਜੋ ਸੁਖੀ ਰੰਧਾਵਾ ਹੋਵੇ ਚਾਹੇ ਹੋਰ ਹੋਣ, ਉਹਨਾਂ ਨੂੰ ਜਿਹੜਾ ਵਾ ਬਲਕਿ ਜਿਹੜਾ ਵਾ ਉਹਦਾ ਰਿਐਕਸ਼ਨ ਜ਼ਿਆਦਾ ਹੋਇਆ। ਉਹਨਾਂ ਕਿ ਕਰਨਾ ਤੂੰ ਜੋ ਕਰਨਾ, ਤੇ ਜਿਹੜਾ ਕਿ ਸ਼ਾਇਦ ਉਹ ਹੋਰ ਕੁਝ ਸਮਾਂ ਕੱਢ ਜਾਂਦਾ, ਉਹ ਹੋਰ ਜਿਹੜਾ ਪ੍ਰੋਸੈਸ ਸੀ ਉਹ ਹੋਰ ਫਾਸਟ ਹੋ ਗਿਆ ਤੇ ਉਹਨਾਂ ਨੂੰ ਜਿਹੜਾ ਵਾ ਉਹ ਮਤਲਬ ਜਾਣਾ ਪਿਆ ਰਾਜੇ ਨੂੰ।
ਹੁਣ ਚਰਚਾ ਇਹ ਹੈ ਕਿ ਸ਼ਾਇਦ ਇਹ ਉਸੇ ਪ੍ਰੋਸੈਸ ਦਾ, ਜਿਹੜੀਆਂ ਉਹ ਫਾਈਲਾਂ ਸੀ ਕੈਪਟਨ ਨੇ ਆਪਦੇ ਕੋਲ ਰੱਖੀਆਂ ਜਾਂ ਮਟੀਰੀਅਲ ਉਹਨਾਂ ਦੇ ਕੋਲ ਸੀ, ਉਹਨਾਂ ਨੇ ਹੀ ਸ਼ਾਇਦ ਕਿਸੇ ਤਰੀਕੇ ਨਾਲ ਇਹ ਸਾਰਾ ਮੈਟਰ ਜਿਹੜਾ ਵਾ ਉਹ ਇਨਫੋਰਸਮੈਂਟ ਡਾਇਰੈਕਟੋਰੇਟ ਕੋਲੇ ਪਹੁੰਚਾਇਆ ਹੋਵੇ। ਉਸ ਵੇਲੇ ਦਾ ਜਿਹੜਾ ਵਾ ਉਹ ਪਰਸਿਊ ਕਰ ਰਹੇ ਹੋਣ, ਪਿੱਛਾ ਕਰ ਰਹੇ ਹੋਣ, ਤੇ ਉਹ ਕਰਦਿਆਂ ਜਿਹੜਾ ਵਾ ਉਹ ਇਹਦੇ ਵਿੱਚ ਹੋ ਗਿਆ। ਹੁਣ ਜੰਮੂ ਸਾਹਿਬ ਦੋ ਇਸ਼ੂ ਇਹਦੇ ਵਿੱਚ। ਪਹਿਲਾ ਤਾਂ ਇਸ਼ੂ ਇਹ ਆ ਵੀ ਇਸ ਇਕੱਲੇ ਨੂੰ ਸਿੰਗਲ ਨੂੰ ਟਾਰਗੇਟ ਕਿਉਂ ਬਣਾਇਆ ਜਾਂਦਾ, ਵੀ ਹੋਰ ਵੀ ਹੈਗੇ ਆ। ਹੁਣ ਜੇ ਆਪਾਂ ਤਾਂ ਇਸ ਚੀਜ਼ ਨੂੰ ਕਹਾਂਗੇ ਵੀ ਦੇਖੋ ਦੋ ਗਲਤ ਜਿਹੜੇ ਆ ਮਿਲ ਕੇ, ਵੀ ਹਾਂ ਚੰਨੀ ਦੇ ਜਿਹੜੇ ਰਿਸ਼ਤੇਦਾਰ ਸੀ ਉਹ ਵੀ ਗਲਤ ਹੈ, ਪਰ ਇਸ ਤੋਂ ਇਲਾਵਾ ਹੋਰ ਬਾਕੀਆਂ ਦੇ ਵੀ ਹੈਗੇ ਨੇ। ਸੁਖਬੀਰ ਬਾਦਲ ਦਾ ਵੀ ਹੈਗਾ ਵੀ ਉਹਨਾਂ ਦੇ ਖਿਲਾਫ ਕਿਉਂ ਨਹੀਂ ਕੀਤਾ। ਹੁਣ ਜਾਂ ਤਾਂ ਜਿਹੜਾ ਇਹ ਤਾਂ ਕੋਈ ਸਿਧਾਂਤ ਨਹੀਂ ਹੈ ਵੀ ਦੋ ਜਿਹੜੇ ਇਕੱਠੇ ਗਲਤ ਹੋ ਕੇ ਉਹ ਆਪਾਂ ਜਿਹੜੇ ਆ ਇੱਕ ਸਹੀ ਹੋ ਜਾਣਗੇ। ਉਹ ਵੀ ਗਲਤ ਰਹਿਣਾ ਵਾ ਤੇ ਇਹ ਵੀ ਗਲਤ ਰਹਿਣਾ। ਅਸੀਂ ਇਸ ਕਰਕੇ ਉਹ ਡਿਫੈਂਡ ਨਹੀਂ ਕਰ ਸਕਦੇ ਵੀ ਕਿਉਂਕਿ ਉਹ ਨਹੀਂ ਕੀਤਾ ਗਿਆ ਇਸ ਕਰਕੇ ਇਹ ਕਿਉਂ ਕੀਤਾ ਗਿਆ। ਜੇ ਵੇਖੋ ਕੁਐਸਚਨ ਮਾਰਕ ਜਿਹੜਾ ਵਾ ਇਹ ਤਾਂ ਹੈ ਨਾ ਕਿ ਘੱਟੋ ਘੱਟ ਵੇਖੋ 10 ਕਰੋੜ ਦਾ ਕੈਸ਼ ਪਿਆ ਹੋਵੇ, ਇਹ ਕੋਈ ਸੌਖੀ ਗੱਲ ਤਾਂ ਨਹੀਂ ਹੈ। ਇਹ ਹੁਣ ਵੱਖਰੀ ਗੱਲ ਹੈ ਕਿ ਉਹਦੇ ਪਿੱਛੇ ਠੀਕ ਹੈ, ਲੇਕਿਨ ਜੇ ਇਹੀ ਪੈਸਾ ਜਿਹੜਾ ਵਾ ਉਹ ਬੀਜੇਪੀ ਦੇ ਕੋਲੇ ਹੁੰਦਾ, ਜੇ ਇਹੀ ਪੈਸਾ ਅਮਰਿੰਦਰ ਸਿੰਘ ਦੇ ਬੰਦਿਆਂ ਕੋਲ ਪਿਆ ਹੁੰਦਾ, ਜੇ ਇਹੀ ਪੈਸਾ ਜਿਹੜਾ ਵਾ ਉਹਦੀਆਂ ਹੋਰ ਸਹਿਯੋਗੀ ਪਾਰਟੀਆਂ ਦੇ ਕੋਲੇ ਪਿਆ ਹੁੰਦਾ, ਤੇ ਉਹਨਾਂ ਨੇ ਕੁਝ ਨਹੀਂ ਸੀ ਕਰਨਾ। ਦੈਟ ਇਜ਼ ਅ ਫੈਕਟ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਪਰ ਸਵਾਲ ਉਹਦੇ ਨਾਲ ਇਹ ਵੀ ਹੈ ਵੀ ਇਹ 10 ਕਰੋੜ ਜਿਹੜਾ ਵਾ ਕੈਸ਼ ਕਿਸ ਤਰੀਕੇ ਨਾਲ ਕਿੱਥੋਂ ਆਇਆ, ਇਹਦਾ ਸੋਰਸ ਕੀ ਸੀ। ਔਰ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਗਾ ਕਿ ਪੈਸਾ ਜਿਹੜਾ ਵਾ ਇਲੈਕਸ਼ਨਾਂ ਦੇ ਵਿੱਚ ਹੀ ਖਰਚਿਆ ਜਾਣਾ ਸੀ ਕਿਸੇ ਨਾ ਕਿਸੇ ਰੂਪ ਦੇ ਵਿੱਚ। ਹੁਣ ਮਤਲਬ ਜੋ ਇਹ ਕੁਝ ਹੋਇਆ ਉਹਨੂੰ ਚੀਜ਼ਾਂ ਨੂੰ ਸਾਰਿਆਂ ਨੂੰ ਸਾਹਮਣੇ ਰੱਖ ਕੇ ਅਸੀਂ ਤਾਂ ਜਿਹੜਾ ਵਾ ਇਹ ਕਹਿ ਸਕਦੇ ਆ ਕਿ ਇਹਦੀ ਪ੍ਰੋਪਰ ਜਿਹੜੀ ਆ ਫੇਅਰ ਤੇ ਟ੍ਰਾਂਸਪੇਰੈਂਟ ਜਿਹੜੀ ਹੈ ਉਹਦੀ ਇਨਵੈਸਟੀਗੇਸ਼ਨ ਹੋਵੇ। ਇਨਵੈਸਟੀਗੇਸ਼ਨ ਹੋ ਕੇ ਇਹਦਾ ਜਿਹੜਾ ਸੱਚ ਹੈ ਉਹ ਕੱਢਿਆ ਜਾਵੇ ਤੇ ਇਹ ਜਿਹੜੀ ਪਾਵਰਸ ਨੇ ਈਡੀ ਦੀਆਂ ਇਹ ਸਿਆਸਤ ਤੋਂ ਅਬਵ ਹੋ ਕੇ, ਕਿਉਂਕਿ ਕੋਈ ਸੈਂਟਰ ਦੀ ਇੰਡੀਪੈਂਡੈਂਟ ਏਜੰਸੀ ਹੈ ਜਿਹੜੀ ਚਾਹੇ ਮਿਸਯੂਜ਼ ਕੀਤੀ ਜਾ ਰਹੀ ਹੈ ਪਰ ਫਿਰ ਵੀ ਐਜ਼ ਕਾਨੂੰਨ ਦੇ ਤੌਰ ਤੇ ਇੱਕ ਆਜ਼ਾਦ ਜਿਹੜੀ ਹੈ ਉਹ ਏਜੰਸੀ ਹੈ, ਉਹ ਆਪਣੇ ਤੌਰ ਦੇ ਉੱਤੇ ਬਿਨਾਂ ਕਿਸੇ ਸਿਆਸੀ ਪ੍ਰਭਾਵ ਦੇ ਨਾਲ ਉਹ ਜਿਹੜਾ ਸੱਚਾਈ ਕੱਢੇ ਤੇ ਸੱਚਾਈ ਕੱਢ ਕੇ ਲੋਕਾਂ ਦੇ ਸਾਹਮਣੇ ਆਵੇ ਤੇ ਜੋ ਦੋਸ਼ ਬਣਦੇ ਆ ਉਹ ਦੋਸ਼ ਜਿਹੜੇ ਆ ਉਹ ਕੋਰਟ ਦੇ ਵਿੱਚ ਸਿੱਧ ਕੀਤੇ ਜਾਣ, ਨਾ ਕਿ ਇਸ ਨੂੰ ਸਿਆਸੀ ਲਾਹਾ ਦਿੱਤਾ ਜਾਵੇ। ਦੇਖੋ ਜੰਮੂ ਸਾਹਿਬ ਇਹ ਗੱਲ ਜਿਹੜੀ ਹੈ ਨਾ ਬੜੀ ਸਾਫ਼ ਹੈ ਕਿ ਅਜੇ ਜਿਹੜਾ ਵਾ ਇਸ ਏਜੰਸੀ ਨੇ ਅਫੀਸ਼ੀਅਲ ਤੌਰ ਦੇ ਉੱਤੇ ਜਿਹੜਾ ਵਾ ਉਹ ਕੋਈ ਪ੍ਰੈਸ ਸਟੇਟਮੈਂਟ ਨਹੀਂ ਦਿੱਤੀ, ਕੋਈ ਫੋਟੋਆਂ ਨਹੀਂ ਦਿੱਤੀਆਂ, ਪਰ ਫਿਰ ਵੀ ਕੁਝ ਜਿਹੜੇ ਨੈਸ਼ਨਲ ਟੀਵੀ ਚੈਨਲ ਸੀ ਉਹਨਾਂ ਦੇ ਵਿੱਚ ਜਿਹੜਾ ਪੈਸਾ ਰਿਕਵਰ ਹੋਇਆ ਨੇ ਉਹਦੀਆਂ ਗੁੱਥੀਆਂ ਦੀਆਂ ਫੋਟੋਆਂ ਆ ਰਹੀਆਂ ਨੇ। ਉਹ ਲੀਕ ਕੌਣ ਕਰ ਰਿਹਾ? ਇਹ ਜਿਹੜੀ ਏਜੰਸੀ ਹੈ ਨਾ, CBI ਹੋਵੇ ਚਾਹੇ ਇਨਫੋਰਸਮੈਂਟ ਡਾਇਰੈਕਟੋਰੇਟ ਹੋਵੇ, ਇਹ ਬੜੇ ਪ੍ਰੋਫੈਸ਼ਨਲ ਏਜੰਸੀਜ਼ ਹੈ। ਅਨਲੈਸ ਕਿ ਐਂਟਰ ਉਹ ਜਾਣ ਬੁੱਝ ਕੇ ਇੱਕ ਜਿਹੜਾ ਲੀਕ ਨਾ ਕਰਾਉਣ ਆਪਣੇ ਸੋਰਸ ਦੇ ਰਾਹੀਂ, ਤਾਂ ਉਹ ਜਿਹੜੀ ਕੋਈ ਵੀ ਚੀਜ਼ ਜਿਹੜੀ ਹੈ ਇਹਨਾਂ ਦੀ ਉਹ ਆਮ ਪਬਲਿਕ ਦੇ ਵਿੱਚ, ਆਮ ਮੀਡੀਆ ਦੇ ਵਿੱਚ ਨਹੀਂ ਜਾ ਸਕਦੀ। ਪਰ ਇਹ ਜਿਹੜਾ ਲੱਗ ਰਿਹਾ ਇਸ ਗੱਲ ਨੂੰ ਕਿ ਇਹਨਾਂ ਨੇ ਜਾਣ ਬੁੱਝ ਕੇ ਲੀਕ ਕਰਵਾਇਆ ਤਾਂ ਕਿ ਜਿਹੜਾ ਵਾ ਇੱਕ ਕਾਂਗਰਸ ਨੂੰ ਤੇ ਖਾਸ ਕਰਕੇ ਚੰਨੀ ਨੂੰ ਜਿਹੜਾ ਮੁੱਖ ਮੰਤਰੀ ਆ, ਜਿਹੜਾ ਕਿ ਲੱਗ ਰਿਹਾ ਇਸ ਗੱਲ ਦਾ ਕਿ ਮਤਲਬ ਵੋਟਾਂ ਜਿਹੜੀਆਂ ਉਹ ਵੱਧ ਖਿੱਚ ਰਿਹਾ। ਹੁਣ ਜਿਹੜਾ ਵਾ ਇਹਦੇ ਦੋ ਅਸਰ ਜਿਹੜੇ ਆ ਹੋ ਸਕਦੇ। ਇੱਕ ਤਾਂ ਜਿਹੜਾ ਵਾ ਦਲਿਤ ਬਰਾਦਰੀ ਦੇ ਵਿੱਚ ਇਸ ਗੱਲ ਦਾ ਹੋਰ ਗੁੱਸਾ ਵੱਧ ਸਕਦਾ ਕਿ ਦੇਖੋ ਇਹ ਜਾਣ ਬੁੱਝ ਕੇ ਜਿਹੜਾ ਵਾ ਇਸ ਨੂੰ ਟਾਰਗੇਟ ਕੀਤਾ ਜਾ ਰਿਹਾ, ਇਸ ਨੂੰ ਵਿਕਟਮ ਬਣਾਇਆ ਜਾ ਰਿਹਾ, ਕਿਉਂਕਿ ਪਹਿਲਾ ਮੁੱਖ ਮੰਤਰੀ ਜਿਹੜਾ ਵਾ ਉਹ ਪੰਜਾਬ ਦੇ ਵਿੱਚ ਬਣਿਆ। ਤਾਂ ਇਹਦਾ ਜਿਹੜਾ ਵਾ ਉਹਦਾ ਸਿੰਪਥੀ ਫੈਕਟਰ, ਹਮਦਰਦੀ ਜਿੱਤਣ ਦਾ ਜਿਹੜਾ ਪ੍ਰੋਸੈਸ ਹੈ ਉਹ ਵੱਧ ਕੇ ਤੇ ਵੋਟਾਂ ਜਿਹੜੀਆਂ ਵਾ ਉਹ ਵੱਧ ਮੋਬਿਲਾਈਜ਼ ਜਿਹੜੀਆਂ ਵਾ ਉਹ ਚੱਲੀ ਜਾਂ ਕਹਿ ਦਈਏ ਕਿ ਕਾਂਗਰਸ ਦੇ ਹੱਕ ਦੇ ਵਿੱਚ ਮੋਬਿਲਾਈਜ਼ ਹੋ ਸਕਦੀਆਂ। ਇਹ ਜਿਹੜੀ ਮਤਲਬ ਸਟ੍ਰੈਟਜੀ ਉਹਨਾਂ ਨੇ ਬਣਾਈ ਸੀ ਜਾਂ ਮਤਲਬ ਦੇ ਪਿੱਛੇ ਜੇ ਕੋਈ ਸਿਆਸਤ ਹੈ ਤੇ ਉਹ ਸਿਆਸਤ ਜਿਹੜੀ ਆ ਉਹਦੇ ਉਲਟ ਪੈ ਸਕਦੀ ਆ ਤੇ ਕਾਂਗਰਸ ਨੂੰ ਇਹਦਾ ਜਿਹੜਾ ਫਾਇਦਾ ਵਾ ਉਹ ਸਿਆਸੀ ਫਾਇਦਾ ਵੱਧ ਮਿਲ ਸਕਦਾ ਵਾ। ਇਹਦੇ ਵੇਖੋ ਹੁਣ 10 ਕਰੋੜ ਦਾ ਨਾ ਇੱਕ ਹਾਲਾਤ ਇਹੋ ਜਿਹੇ ਬਣ ਗਏ ਆ, ਹੁਣ ਤਾਂ ਰਿਕਵਰੀਆਂ ਜਿਹੜੀਆਂ ਵਾ ਉਹ 200 ਕਰੋੜ ਦੀਆਂ, 500 ਕਰੋੜ ਦੀਆਂ, 1000 ਕਰੋੜ ਦੀਆਂ ਜਿਹੜੀਆਂ ਨਿਕਲ ਰਹੀਆਂ ਨੇ। 10 ਕਰੋੜ ਤਾਂ ਹੁਣ ਕਿਸੇ ਗਿਣਤੀ ਦੇ ਵਿੱਚ ਹੀ ਜਿਹੜਾ ਨਹੀਂ ਰਿਹਾ। ਜੋ ਕੈਂਡੀਡੇਟ ਆਉਣਗੇ ਇਹਨਾਂ ਨੇ ਆਪਣੀ ਜਿਹੜੇ ਐਫੀਡੇਵਿਟ ਦੇਣੀ ਹੈ ਕਿ ਉਹਨਾਂ ਦੀ ਪ੍ਰਾਪਰਟੀ ਕਿੰਨੀ ਹੈ। ਇਹਦੇ ਵਿੱਚ ਪ੍ਰਾਪਰਟੀ ਦੇ ਵਿੱਚ ਪੜ੍ਹ ਲਿਆ ਜੀ, ਕਿਸੇ ਦੇ ਜਿਹੜੇ 500 ਕਰੋੜ ਆ, ਕਿਸੇ ਦੇ 400 ਕਰੋੜ ਆ, ਵੱਡੇ ਵੱਡੇ ਜਿਹੜੇ ਲੋਕ ਨੇ।
ਇਸ ਕਰਕੇ ਉਹਦੇ ਵਿੱਚ 10 ਕਰੋੜ ਜਿਹੜਾ ਨਾ ਅੱਜ ਕੱਲ ਦੀ ਇਸ ਦੇ ਵਿੱਚ ਕਿਤੇ ਵੀ ਕੋਈ ਬਹੁਤ ਵੱਡਾ ਫਿੱਟ ਨਹੀਂ ਬੈਂਦਾ ਹੈ। ਉਹ ਫਿਰ ਵੀ ਇੱਕ ਚੰਨੀ ਦੇ ਇਮੇਜ ਨੂੰ ਇੱਕ ਮਤਲਬ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਹ ਕਿੱਥੋਂ ਤੱਕ ਸਫਲ ਹੁੰਦਾ ਜਾਂ ਉਹਦਾ ਉਲਟ ਰਿਐਕਸ਼ਨ ਹੁੰਦਾ ਵਾ, ਇਹ ਆਉਣ ਵਾਲਾ ਸਮਾਂ ਦੱਸੇਗਾ। ਇੱਕ ਸੰਖੇਪ ਦੇ ਵਿੱਚ ਬਾਠ ਸਾਹਿਬ ਇਹਨਾਂ ਕੀ ਕਮੈਂਟ ਕਰਨਾ ਕਿ ਜਿਹੜੇ ਰਾਜੇਵਾਲ ਹੋਣਾ ਨੇ ਦੇਸ਼ ਵਾਸੀਆਂ ਤੇ ਪ੍ਰਵਾਸੀਆਂ ਨੂੰ ਇੱਕ ਅਪੀਲ ਕੀਤੀ ਹੈ ਕਿ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰਾਂ ਨੂੰ ਵੱਡੀ ਗਿਣਤੀ 'ਚ ਜਿਤਾਉਣ ਲਈ ਉਹ ਆਪਣਾ ਯੋਗਦਾਨ ਪਾਉਣ, ਉਹਨਾਂ ਨੂੰ ਲੋਕਾਂ ਨੂੰ ਪ੍ਰੇਰਿਤ ਕਰਨ। ਇਹਦੇ ਬਾਰੇ ਤੁਸੀਂ ਕਹਿਣਾ ਚਾਹੁੰਦੇ? ਦੇਖੋ ਜੰਮੂ ਸਾਹਿਬ, ਜਦੋਂ ਪਿਛਲੀ ਇਲੈਕਸ਼ਨ ਸੀ ਨਾ ਵਿਧਾਨ ਸਭਾ ਦੀ, ਤੇ ਉਹਦੇ ਵਿੱਚੋਂ ਜਿਹੜੇ ਸਾਡੇ ਪ੍ਰਵਾਸੀ ਭਰਾ ਸੀ ਉਹ ਸਭ ਤੋਂ ਵੱਧ ਐਕਟਿਵ ਜਿਹੜੇ ਆ ਉਹ ਆਪ ਦੇ ਹੱਕ ਦੇ ਵਿੱਚ ਸੀ। ਜਹਾਜ਼ਾਂ ਦੇ ਜਹਾਜ਼ ਭਰ ਕੇ ਇੱਥੇ ਆਏ, ਲੋਕਾਂ ਨੇ ਬਹੁਤ ਵੱਡਾ ਪੈਸਾ ਦਿੱਤਾ, ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਪ੍ਰਵਾਸੀ ਭਰਾ ਸੀ ਉਹ ਆਪਣੇ ਆਪਣੇ ਹਲਕਿਆਂ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਕੋਲ ਐਕਟਿਵਲੀ ਪਾਰਟਿਸਿਪੇਟ ਕੀਤਾ ਕਿ ਆਪ ਨੂੰ ਜਿਹੜੀਆਂ ਵਾ ਵੱਧ ਤੋਂ ਵੱਧ ਵੋਟਾਂ ਪਾਈਆਂ ਜਾਣ। ਇਸ ਵੇਲੇ ਜਿਹੜਾ ਵਾ ਪ੍ਰਵਾਸੀ ਭਰਾਵਾਂ ਦਾ ਜਿਹੜਾ ਮਤਲਬ ਉਹਨਾਂ ਦੀ ਜਿਹੜਾ ਦਿਲ ਹੈ ਜਾਂ ਉਹਨਾਂ ਦੀਆਂ ਹਮਦਰਦੀਆਂ ਉਹ ਕੋ ਬਹੁਤੀਆਂ ਜਿਹੜੀਆਂ ਵਾ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਜਿਹੜੀਆਂ ਬਿਲਕੁਲ ਨਹੀਂ ਦਿਸ ਰਹੀਆਂ, ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਇੰਡੀਕੇਸ਼ਨ ਨਹੀਂ ਹੈ। ਪਰ ਉਹਦੇ ਉਲਟ ਜੇ ਦੇਖੀਏ ਤਾਂ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਸੀ ਉਹਦੇ ਵਿੱਚ ਸਾਡੇ ਜਿਹੜੇ ਪ੍ਰਵਾਸੀ ਭਰਾ ਬਾਹਰ ਬੈਠੇ ਸੀ, ਉਹਨਾਂ ਦੀ ਚਿੰਤਾ ਤੇ ਉਹਨਾਂ ਦਾ ਧਿਆਨ ਹਰ ਵੇਲੇ ਜੋ ਵੀ ਡਿਵੈਲਪਮੈਂਟਸ ਹੁੰਦੀਆਂ ਸੀ, ਜੋ ਵੀ ਘਟਨਾਕ੍ਰਮ ਕਿਸਾਨ ਅੰਦੋਲਨ ਦੇ ਵਿੱਚ ਹੋ ਰਿਹਾ ਸੀ, ਉਹਦੇ ਨਾਲ ਦਿਨ ਰਾਤ ਬਣੀਆਂ ਰਹਿੰਦੀਆਂ ਸੀ। ਤੇ ਉਹਨਾਂ ਨੇ ਆਪਣਾ ਬਹੁਤ ਵੱਡਾ ਯੋਗਦਾਨ ਵੀ ਇਸ ਅੰਦੋਲਨ ਦੇ ਵਿੱਚ ਪਾਇਆ, ਫਿਜ਼ੀਕਲੀ ਵੀ ਤੇ ਫਾਈਨੈਂਸ਼ੀਅਲੀ ਵੀ ਤੇ ਮਤਲਬ ਜਿਹੜਾ ਪੋਲੀਟੀਕਲੀ ਵੀ ਤੇ ਹਰ ਤਰੀਕੇ ਨਾਲ ਜੋ ਵੀ ਉਹ ਕਰ ਸਕਦੇ ਸੀ। ਹੁਣ ਇਸ ਸਟੇਜ ਦੇ ਉੱਤੇ ਕਿਉਂਕਿ ਜਿਹੜੇ ਕਿਸਾਨ ਰਾਜੇਵਾਲ ਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਬਾਕੀ ਜਿਹੜਾ ਉਹਨਾਂ ਨੇ SSM ਜਿਹੜਾ ਬਣਾਇਆ ਵਾ ਉਹ ਜਿਹੜਾ ਵਾ ਆਪਣੇ ਆਪ ਨੂੰ ਕਲੇਮ ਕਰ ਰਿਹਾ ਕਿ ਅਸੀਂ ਕਿਸਾਨ ਜਿਹੜਾ ਅੰਦੋਲਨ ਸੀ ਉਹਦੀ ਹੀ ਕੰਟੀਨਿਊਟੀ ਦੇ ਵਿੱਚ, ਉਹਦੀ ਹੀ ਸਪਿਰਿਟ ਦੇ ਵਿੱਚ, ਉਹਦੀ ਹੀ ਭਾਵਨਾ ਦੇ ਵਿੱਚ ਅਸੀਂ ਜਿਹੜੀ ਇਲੈਕਸ਼ਨ ਲੜਨ ਜਾ ਰਹੇ ਹਾਂ। ਇਸ ਕਰਕੇ ਉਹ ਅਪੀਲ ਕਰ ਰਹੇ ਨੇ ਆਪਣੇ ਪ੍ਰਵਾਸੀ ਭਰਾਵਾਂ ਨੂੰ ਕਿ ਦੇਖੋ ਅਸੀਂ ਬਹੁਤ ਲੇਟ ਹੈ, ਸਾਡੇ ਕੋਲ ਕੋਈ ਕਾਰਪੋਰੇਟ ਜਿਹੜੇ ਸੈਕਟਰ ਨੇ ਉਹਨਾਂ ਦੀ ਸਾਨੂੰ ਕੋਈ ਮਦਦ ਨਹੀਂ ਹੈ। ਅਸੀਂ ਕਾਰਪੋਰੇਟ ਸੈਕਟਰ ਜਿਹੜਾ ਉਹਦੇ ਖਿਲਾਫ ਲੰਬੀ ਲੜਾਈ ਲੜੀ ਹੈ ਤੇ ਸਾਨੂੰ ਕਿਤੋਂ ਕੋਈ ਫੰਡ ਨਹੀਂ ਆਉਣੇ ਹੈ। ਸਾਡੇ ਆਮ ਕੈਂਡੀਡੇਟ ਨੇ, ਦੇਖੋ ਜਿੰਨੇ ਵੀ ਹੁਣ ਤੱਕ ਲਿਸਟਾਂ ਉਹਨਾਂ ਦੀਆਂ ਆਈਆਂ ਨੇ ਉਹਦੇ ਤੋਂ ਬਿਲਕੁਲ ਇਹ ਲੱਗ ਰਿਹਾ ਕਿ ਕੋਈ ਬਹੁਤ ਵੱਡੇ ਅਮੀਰ ਆਦਮੀ ਜਿਹੜੇ ਆ ਉਹ ਨਹੀਂ ਹੈ। ਆਮ ਕਿਸਾਨ ਜਾਂ ਪਰਿਵਾਰਾਂ ਦੇ ਬਹੁਤ ਸਾਰੇ ਵੱਡੀ ਗਿਣਤੀ ਦੇ ਵਿੱਚ ਲੋਕ ਨੇ, ਸਵਾਏ ਕੁਝ ਇੱਕ ਦੋ ਨੂੰ ਛੱਡ ਕੇ ਹੋ ਸਕਦਾ। ਤੇ ਇਸ ਕਰਕੇ ਦੇਖੋ ਅੱਜ ਦੀ ਇਲੈਕਸ਼ਨ ਹੈ ਕਿ ਇਲੈਕਸ਼ਨ ਜਿਹੜੀ ਹੈ ਨਾ ਪੈਸੇ ਤੋਂ ਬਿਨਾਂ ਨਹੀਂ ਲੜੀ ਸਕਦੀ। ਤੁਹਾਡੇ ਕੋਲ ਸੋਰਸ ਚਾਹੀਦਾ, ਤੁਹਾਡੇ ਕੋਲ ਪੈਸਾ ਚਾਹੀਦਾ, ਤਾਂ ਹੀ ਤੁਸੀਂ ਜਿਹੜੀ ਹੈ ਇੱਕ ਇਫੈਕਟਿਵਲੀ ਬਾਕੀ ਜਿਹੜੀਆਂ ਪਾਰਟੀਆਂ ਨੇ ਪੈਸੇ ਵਾਲੀਆਂ ਪਾਰਟੀਆਂ ਨੇ ਤਾਂ ਹੀ ਉਹਨਾਂ ਦਾ ਉਸ ਰੂਪ ਤਾਂ ਨਹੀਂ, ਘੱਟੋ ਘੱਟ ਇੱਕ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਦੇ ਲਈ ਤੁਹਾਨੂੰ ਜਿਹੜੇ ਆ ਰਿਸੋਰਸ ਜਿਹੜੇ ਚਾਹੀਦੇ ਨੇ। ਤੇ ਇਸ ਕਰਕੇ ਜਿਹੜੇ ਫੰਡਸ ਨੇ ਉਹ ਬਹੁਤ ਇੰਪੋਰਟੈਂਟ ਨੇ, ਕਾਊਂਟ ਕਰਦੇ ਨੇ। ਇਸ ਕਰਕੇ ਰਾਜੇਵਾਲ ਤੇ ਬਾਕੀ ਜਿਹੜੇ ਉਹ ਅਪੀਲ ਕਰ ਰਹੇ ਨੇ। ਮੈਨੂੰ ਉਮੀਦ ਹੈ ਕਿ ਉਹਨਾਂ ਤਾਂ ਨਹੀਂ ਜਿੰਨਾ ਮਤਲਬ ਪਿਛਲੀ ਵਾਰੀ ਪ੍ਰਵਾਸੀ ਭਰਾਵਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਐਕਟਿਵਲੀ ਕੀਤਾ ਸੀ, ਉਹ ਤਾਂ ਨਹੀਂ ਲੱਗਦਾ ਕਿਸੇ ਤਰ੍ਹਾਂ ਦੀ ਵੇਵ, ਕਿਉਂਕਿ ਦੇਰ ਵੀ ਇਹਨਾਂ ਦੀ ਹੋ ਗਈ ਆ। ਇੱਕ ਫਟ ਵੀ ਗਏ ਨੇ, ਅੱਧੇ ਬਾਹਰ ਹੋ ਗਏ, ਅੱਧੇ ਜਿਹੜੇ ਆ ਉਹ ਇਲੈਕਸ਼ਨ ਲੜ ਰਹੇ ਨੇ, ਅੱਧੇ ਨਹੀਂ ਲੜ ਰਹੇ। ਇਹ ਸਾਰਾ ਕੁਝ ਦੇ ਵਿੱਚੋਂ ਪਰ ਫਿਰ ਵੀ ਮੈਨੂੰ ਲੱਗ ਰਿਹਾ ਕਿ ਇੱਕ ਸਪੋਰਟ ਅਜੇ ਵੀ ਉਹ ਜਿਹੜੀ ਲਗੇਸੀ ਕਿਸਾਨ ਅੰਦੋਲਨ ਦੀ ਹੈ ਉਹਦੀ ਜਿਹੜੀ ਕੰਟੀਨਿਊਟੀ ਹੈ, ਨਿਰੰਤਰਤਾ ਉਹਦੀ ਜਿਹੜੀ ਹੈ ਉਹ ਚੱਲ ਰਹੀ ਹੈ। ਤੇ ਜੇ ਪ੍ਰਵਾਸੀ ਭਰਾਵਾਂ ਦੀ ਕਿਸੇ ਨੂੰ ਜਿਹੜੀ ਆ ਉਹ ਇਸ ਵਾਰੀ ਮਦਦ ਮਿਲੇਗੀ ਤਾਂ ਮੈਨੂੰ ਲੱਗ ਰਿਹਾ ਜਿੰਨੀ ਵੀ ਮਿਲੇ ਘੱਟ ਜਾਂ ਵੱਧ ਉਹ ਜਿਹੜੀ ਇਸ ਸੰਯੁਕਤ ਸਮਾਜ ਮੋਰਚੇ ਨੂੰ ਮਿਲੇਗੀ। ਕਿੱਥੋਂ ਤੱਕ ਮਿਲਦੀ ਆ ਇਹ ਆਉਣ ਵਾਲੇ ਕੁਝ ਦਿਨਾਂ 'ਚ ਕਲੀਅਰ ਹੋ ਜਾਏਗਾ। ਸੋ ਬਾਠ ਸਾਹਿਬ, ਇੱਥੇ ਹੀ ਸਾਡੇ ਸ਼ੋਅ ਦਾ ਸਮਾਂ ਸਮਾਪਤ ਹੁੰਦਾ। ਇੱਥੇ ਅਸੀਂ ਤੁਹਾਡੇ ਕੋਲੋਂ ਤੇ ਆਪਣੇ ਦਰਸ਼ਕਾਂ ਕੋਲੋਂ ਆਗਿਆ ਲੈਨੇ। ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਮਿਹਰਬਾਨੀ ਜੀ।